सतनाम वाहिगुरु साहिब जी। गुर समरथ गुर निरंकार, गुर ऊंचा अगम अपार। गुर की महिमा आगम है, क्या कथे कथन हार। क्या कथी कथे कथ देखा, मैं कथना कथना जाई। जो तद भावै सोई आखा, तिल तेरी वड्याई। परम सन्मानयोग जुगो जुग अटल, चवर छतर तखत दे मालक साहिब सतगुरु श्री गुरु ग्रंथ साहिब जी दे पावन चरनां विच सुभाएमान होए बैठे गुरमुख प्यारे सत संगी जनों, आप जी अति भागशाली हो जो कि अज अष्टम बलवीरा बाला प्रीतम साहिब सतगुरु श्री गुरु हरकृष्ण साहिब जी महाराज जी का प्रकाश पुरब मनाउण वास्ते सतगुरां दे चरनां दे विच हाज़रियां भर रहे हो। आओ अज दे दिन ते सतगुरु का इतिहास, सतगुरु के उपदेश सांझे करन तो पहला आप जी जिन्ने भी गुरु चरनां विच हाज़रियां लवा रहे हो, गुरु बख्शी फतेह प्रवान करो। सारे आखो जी वाहिगुरु जी का खालसा, वाहिगुरु जी की फतेह। गुरु प्यारिओ, ये जरूरी नहीं है कि जिहड़ियां चीज़ां आकार दे विच वड्डियां होण कीमती होंदियां हन। ये भी जरूरी नहीं कि कोई उम्र करके वड्डा है तो सियाणा होएगा। ये भी जरूरी नहीं है कि मनुख ताकतवर होवे, शरीर बड़ा लंबा चौड़ा होवे ते बंदा पहलवान है। जिस वेले असीं धन का रूप देखते हैं, सब तो महंगी चीज़ जिहड़ी आ वो हीरा है, पर आकार दे विच बड़ा छोटा है। हीरा आकार दे विच बड़ा छोटा है पर कीमती है। एक कागज के उपर लखां करोड़ां रुपया लिखिया जाता है। एक हुण छोटा जिहा बीज है, छोटे जे बीज तो एडा वड्डा दरख्त बन जाता, पेड़ बन जाते हैं। ये कोई दावा नहीं है कि जिहड़ियां चीज़ां वड्डियां हुंदियां कीमती हुंदियां हन। ये लोगों को एक भुलेखा सी कि शायद ये 5 साल ते 3 महीने की उम्र दे विच गुरु बने गुरु हरकृष्ण साहिब जी महाराज, कि एक कौम नूं की सेध दे सकते हैं। उन्हां लोगों को भी गुरु साहब ने समझाया। अज सानू भी इस गल की जानकारी होनी बहुत जरूरी है। शब्द गुरु है, शरीर गुरु नहीं है, शब्द गुरु है। हुण सामने गल आ गई, मैं पहले ही बेनती कर देना। असीं अज सोशल मीडिया ते बड़े उहदे विच रथे गए हैं चंगी तरह, पर देखण विच की आउंदा है कि असीं ये समझते हैं कि शायद किसी बच्चे की फोटो पा के गुरु हरकृष्ण साहब दर्शा देंगे। नहीं, ये तस्वीर अते शरीर की पूजा
ਸਿੱਖੀ ਦੇ ਵਿੱਚ ਨਹੀਂ ਹੈ। ਗੁਰੇਜ਼ ਕਰੋ ਇਹਨਾਂ ਤੋਂ। ਹਾਂ, ਗੁਰੂ ਸਾਹਿਬ ਦੀ ਉਪਦੇਸ਼ ਲਿਖ ਕੇ ਫਾਰਵਰਡ ਕਰੋ ਕਿ ਜੋ ਸਤਿਗੁਰੂ ਦੇ ਉਪਦੇਸ਼ ਕਮਾਏ ਹਨ ਉਹ ਜਿਹੜੇ ਆ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕਰੀਏ। ਇਹ ਜੋਤ ਹੈ, ਸਰੀਰ ਗੁਰੂ ਨਹੀਂ ਹੈ, ਨਾ ਤਸਵੀਰ ਗੁਰੂ ਹੈ। ਜੋਤ ਕਿਹਦੀ ਹੈ? ਗੁਰੂ ਨਾਨਕ ਸਾਹਿਬ ਜੀ ਜੋਤ ਹੈ। ਕਿਹੜੀ ਜੋਤ? ਆਪ ਨਾਰਾਇਣ ਕਲਾ ਧਾਰ ਜਗ ਮੇ ਪਰਵਰਿ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਅਸੀਂ ਜਿਸ ਵੇਲੇ ਅਰਦਾਸ ਕਰਦੇ ਹਾਂ, ਅਲੱਗ-ਅਲੱਗ ਨਹੀਂ ਕਹਿੰਦੇ ਕਿ ਇਹ ਗੁਰੂ ਨਾਨਕ ਦੀ 8ਵੀਂ ਜੋਤ, ਇਦਾਂ ਨਹੀਂ ਕਹਿਣਾ ਵੀ ਨਹੀਂ ਚਾਹੀਦਾ। ਜੋਤ ਇੱਕ ਹੈ, 10 ਪਾਤਸ਼ਾਹੀਆਂ ਦੀ ਆਤਮਿਕ ਜੋਤ। ਉਹ ਜੋਤ ਅੱਜ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਿਰਾਜਮਾਨ ਹੈ। ਸਤਿਗੁਰੂ ਮਹਾਰਾਜ ਜੀ ਦਾ ਪ੍ਰਕਾਸ਼ 1656 ਦੇ ਵਿੱਚ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਇਆ। ਹੁਣ ਗੁਰੂ ਸਾਹਿਬ ਮਹਾਰਾਜ ਜਿਸ ਵੇਲੇ ਗੁਰੂ ਹਰਿਰਾਏ ਸਾਹਿਬ ਜੀ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਹੈ, ਬਹੁਤ ਲੋਕਾਂ ਨੂੰ ਭੁਲੇਖਾ ਸੀ, ਬਹੁਤ ਭੁਲੇਖਾ ਸੀ। ਉੱਥੇ ਹੁਣ ਗੁਰੂ ਸਾਹਿਬ ਮਹਾਰਾਜ ਇੱਕ ਦਿਨ ਪਾਲਕੀ ਦੇ ਵਿੱਚ ਜਾ ਰਹੇ ਆ। ਇੱਕ ਬ੍ਰਾਹਮਣਾਂ ਦੀ ਚਾਲ ਸੀ, ਉਹਨਾਂ ਨੇ ਕੀ ਕੀਤਾ, ਇੱਕ ਕੋਹੜੀ ਨੂੰ ਲਿਆ ਕੇ ਗੁਰੂ ਸਾਹਿਬ ਮਹਾਰਾਜ ਦੀ ਪਾਲਕੀ ਦੇ ਸਾਹਮਣੇ ਲੰਮਾ ਪਾ ਦਿੱਤਾ। ਹੁਣ ਜੇ ਗੁਰੂ ਸਾਹਿਬ ਇਹਨੂੰ ਠੀਕ ਨਹੀਂ ਕਰਨਗੇ, ਅਸੀਂ ਰੌਲਾ ਪਾ ਦੇਵਾਂਗੇ। ਗੁਰੂ ਸਾਹਿਬ ਸਮਰੱਥ ਹੈ। ਗੁਰੂ ਦੀ ਵਿਆਖਿਆ ਨਹੀਂ ਹੋ ਸਕਦੀ, ਕਿਉਂਕਿ ਵਿਆਖਿਆ ਸੀਮਤ ਹੈ। ਗੁਰੂ ਦੀ ਵਡਿਆਈ ਹੈ। ਗੁਰ ਸਮਰੱਥ, ਗੁਰ ਨਿਰੰਕਾਰ, ਗੁਰ ਉੱਚਾ ਅਗਮ ਪਾਰ, ਗੁਰ ਕੀ ਮਹਿਮਾ ਅਗਮ ਹੈ, ਕਿਆ ਕਥੇ ਕਥਨਹਾਰ। ਅਸੀਂ ਕੀ ਕਥਨ ਕਰ ਸਕਦੇ? ਵਿਆਖਿਆ ਵਿੱਚ ਨਹੀਂ ਹੈ ਗੁਰੂ। ਗੁਰੂ ਦੀ ਵਡਿਆਈ ਹੈ, ਤੇ ਵਡਿਆਈ ਕਹਿ ਨਹੀਂ ਸਕਦੇ ਆਪਾਂ। ਵੱਡੇ ਕੀਆਂ ਵਡਿਆਈਆਂ ਕਿਸ ਕਹਿਣ ਨਾ ਜਾਏ। ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਹਾਂ, ਇਹ ਕਰ ਸਕਦੇ ਹਾਂ, ਸਤਿਗੁਰ ਵੱਡਾ ਕਰ ਸਲਾਹੀਏ, ਜਿਸ ਵਿੱਚ ਵੱਡੀਆਂ ਵਡਿਆਈਆਂ। ਉਹਨਾਂ ਨੇ ਉਸ ਕੋਹੜੀ ਨੂੰ ਪਾਲਕੀ ਦੇ ਅੱਗੇ ਲੰਮਾ ਪਾ ਦਿੱਤਾ ਤੇ ਗੁਰੂ ਸਾਹਿਬ ਜੀ ਨੇ ਇਸ਼ਾਰਾ ਕੀਤਾ, ਸਿੱਖਾਂ ਨੇ ਪਾਲਕੀ ਰੋਕੀ। ਸਤਿਗੁਰ ਨੇ ਬਖਸ਼ਿਸ਼ ਕੀਤੀ, ਨਜ਼ਰ ਕੀਤੀ, ਕਿਉਂਕਿ ਸਾਨੂੰ ਭਰੋਸਾ ਲਿਆਉਣਾ ਪਏਗਾ ਜੀਵਨ ਦੇ ਵਿੱਚ, ਵਿਸ਼ਵਾਸ ਲਿਆਉਣਾ ਪਏਗਾ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾ। ਇਹਨੂੰ ਪੜ੍ਹਨ ਤੇ ਸੁਣਨ ਨਾਲ ਕੁਝ ਨਹੀਂ ਹੋਏਗਾ, ਜਿੰਨੇ ਤੱਕ ਸਾਡੇ ਅੰਦਰ ਭਰੋਸਾ ਨਹੀਂ ਹੋਏਗਾ। ਅਸੀਂ ਪਤਾ ਨਹੀਂ ਕਿਹਨੂੰ ਦੇਖਦੇ ਫਿਰਦੇ ਹਾਂ। ਸੋਮਵਾਰ ਹੋਰ ਕਿਸੇ ਨੂੰ ਦੇਖਦੇ ਹਾਂ, ਮੰਗਲਵਾਰ ਹੋਰ ਕਿਸੇ ਨੂੰ ਦੇਖਦੇ ਹਾਂ। ਹਾਂ, ਜਿੱਦਣ ਗੁਰੂ ਨੂੰ ਦੇਖਾਂਗੇ, ਜਿਸ ਡਿਠੇ ਸਭ ਦੁੱਖ ਜਾਏ। ਸਤਿਗੁਰ ਨੇ ਉਸ ਕੋਹੜੀ ਦਾ ਰੋਗ ਦੂਰ ਕੀਤਾ। ਸਤਿਗੁਰੂ ਮਹਾਰਾਜ ਜੀ ਦੇ ਕੋਲ ਇੱਕ ਜਸਵੰਤ ਰਾਏ ਕਰਕੇ ਇੱਕ ਮਨੁੱਖ ਪਹੁੰਚਦਾ ਹੈ ਦਰਬਾਰ ਦੇ ਵਿੱਚ। ਸਤਿਗੁਰੂ ਜੀ ਉਹਨੂੰ ਦੇਖ ਕੇ ਸ਼ਬਦ ਉਚਾਰਨ ਕਰਦੇ ਆ, ਕਹਿੰਦੇ ਚੋਰ ਸਲਾਹੇ ਚੀਤ ਨਾ ਭੀਜੇ, ਜੇ ਬਦੀ ਕਰੇ ਤਾਂ ਤਸੂ ਨਾ ਸੀਜੈ। ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉ। ਉਹ ਚੋਰੀਆਂ ਕਰਦਾ ਸੀ, ਸਮਝ ਆ ਗਈ, ਤੌਬਾ ਕੀਤੀ ਹੈ, ਗੁਰੂ ਸਾਹਿਬ ਦੇ ਕੋਲੋਂ ਖਿਮਾ ਮੰਗਦਾ ਹੈ। ਤੇ ਕਈ ਚੀਜ਼ਾਂ ਐਸੀਆਂ ਹਨ ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਨੇ ਉਸ ਵੇਲੇ ਲਾਗੂ ਕੀਤਾ, ਤੇ ਉਹ ਹੁਕਮ ਗੁਰੂ ਸਾਹਿਬ ਜੀ ਦੇ ਸਿੱਖ ਰਹਿਤ ਮਰਜ਼ਾਦਾ ਦੇ ਵਿੱਚ ਅੱਜ ਵੀ ਸੰਭਾਲੇ ਗਏ ਆ। ਇੱਕ ਗੇਂਦਾ ਮਲ ਕਰਕੇ ਇੱਕ ਮਨੁੱਖ ਆਉਂਦਾ ਹੈ, ਜੂਆ ਖੇਡਦਾ ਹੈ। ਦੇਖੋ ਗੁਰੂ ਨੂੰ ਕੀ ਚੰਗਾ ਨਹੀਂ ਲੱਗਦਾ। ਇਹ ਉਹਨਾਂ ਦੀ ਸਿੱਖਾਂ ਦੀ ਗੱਲ ਨਹੀਂ, ਅੱਜ ਸਾਡੇ ਵੀ ਜੇ ਕਮੀ ਹੈ ਤਾਂ ਸਾਨੂੰ ਦੂਰ ਕਰ ਲੈਣੀ ਚਾਹੀਦੀ ਹੈ। ਇੱਕ ਬੇਨਤੀ ਕਰ ਰਹੇ ਹਾਂ, ਪ੍ਰਕਾਸ਼ ਦਿਵਸ ਕੀ ਹੈ? ਪ੍ਰਕਾਸ਼ ਹੁੰਦਾ ਚਾਨਣ। ਇਹ ਚਾਨਣ ਦਾ ਦਿਨ ਹੈ। ਅੱਜ ਅਸੀਂ ਪ੍ਰਕਾਸ਼ ਲੈਣਾ ਹੈ ਗੁਰੂ ਦੇ ਕੋਲ, ਕਿਉਂਕਿ ਅਸੀਂ ਅਗਿਆਨਤਾ ਦੇ ਵਿੱਚ ਹਾਂ। ਅਸੀਂ ਅਰਦਾਸ ਕਰਨੀ ਹੈ, ਹਮ ਅੰਧਲੇ ਅੰਧ ਵਿਖੇ ਬਿਖਰਾਤੇ ਕਿਉਂ ਚਾਲੈ, ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਣ ਪਾਲੀ। ਪ੍ਰਕਾਸ਼ ਦਿਵਸ ਮਨਾਉਣ ਦਾ ਮਤਲਬ ਹੀ ਇਹ ਹੈ, ਗੁਰੂ ਇੰਨਾ ਸਮਰੱਥ ਹੈ,
ਉਹ ਸਾਡੀ ਅਗਿਆਨਤਾ ਕੱਟ ਦੇਗਾ। ਜੇ 100 ਚੰਦਾ ਉਗਵੈ ਸੂਰਜ ਚੜੇ 1000, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਆਏ ਆ ਤਾਂ ਕਮੀ ਅਸੀਂ ਆਪਣੀ ਗੁਰੂ ਨੂੰ ਦੱਸ ਦਈਏ, ਗੁਰੂ ਕਮੀ ਦੂਰ ਕਰ ਦਿੰਦਾ। ਉਹਨੇ ਆ ਕੇ ਮੱਥਾ ਟੇਕਿਆ, ਗੇਂਦਾ ਮੱਲ ਨੇ ਸਤਿਗੁਰੂ ਦੇ ਸਾਹਮਣੇ ਖੜਾ ਹੋਇਆ। ਗੁਰੂ ਸਾਹਿਬ ਜੀ ਨੇ ਉਹਨੂੰ ਪੰਕਤੀ ਸੁਣਾਈ, ਕਹਿੰਦੇ ਸੀਸ ਨਵਾਇਆ ਕਿਆ ਥੀਏ ਜਾਂ ਹਿਰਦੇ ਕੁਸੁੱਧੇ ਜਾਏ। ਤੇ ਅੰਦਰ ਤਾਂ ਤੂੰ ਪਵਿੱਤਰ ਨਹੀਂ ਹੈ, ਮੱਥਾ ਟੇਕਣ ਦਾ ਭਾਵ ਕੀ ਹੋਇਆ ਤੇਰਾ? ਸਮਝਾ ਦਿੱਤਾ, ਸਮਝ ਗਿਆ। ਤੇ ਇੱਕ ਉਪਦੇਸ਼ ਜਿਹੜਾ ਅਸੀਂ ਰੋਜ਼ ਪੜ੍ਹਦੇ ਹਾਂ ਗੁਰੂ ਨਾਨਕ ਸਾਹਿਬ ਜੀ ਦਾ, ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾ। ਇਸਤਰੀ ਜਾਤੀ ਨੂੰ ਬਹੁਤ ਵੱਡਾ ਸਨਮਾਨ ਗੁਰੂ ਨਾਨਕ ਦੇ ਘਰ ਦੇ ਵਿੱਚ ਪ੍ਰਾਪਤ ਹੋਇਆ ਹੈ, ਗੁਰੂ ਸਾਹਿਬ ਨੇ ਦਿੱਤਾ ਹੈ। ਸਤਿਗੁਰੂ ਸਵਾਲ ਕਰਦੇ ਆ, ਕਹਿੰਦੇ ਭਾਈ ਇਸਤਰੀ ਤੋਂ ਤੁਸੀਂ ਪੈਦਾ ਹੁੰਦੇ ਹੋ, ਇਸਤਰੀ ਦੇ ਉਦਰ ਦੇ ਵਿੱਚ ਤੁਹਾਡਾ ਸਰੀਰ ਬਣਦਾ ਹੈ, ਬਣਤਰ ਬਣਦੀ ਹੈ, ਉਹਦੇ ਨਾਲ ਹੀ ਤੁਹਾਡਾ ਮੰਗਣਾ ਹੁੰਦਾ, ਉਹਦੇ ਨਾਲ ਹੀ ਵਿਆਹ ਹੁੰਦਾ ਹੈ, ਉਹਦੇ ਨਾਲ ਹੀ ਇਹ ਸੰਸਾਰ ਚੱਲ ਰਿਹਾ ਹੈ। ਭੰਡ ਜੰਮੀਏ ਭੰਡ ਨਿੰਮੀਏ, ਭੰਡ ਮੰਗਣ ਵਿਆਹ, ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਾਹ, ਭੰਡ ਮੂਆ ਭੰਡ ਭਾਲੀਏ, ਭੰਡ ਹੋਵੇ ਵਿਧਾਨ। ਸਾਹਿਬ ਕਹਿੰਦੇ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜ। ਭੰਡੋ ਹੀ ਭੰਡ ਉਪਜੇ, ਇਸਤਰੀ ਤੋਂ ਇਸਤਰੀ ਪੈਦਾ ਹੋ ਰਹੀ ਹੈ, ਭੰਡੋ ਹੀ ਭੰਡ ਉਪਜੇ। ਭੰਡੇ ਬਾਝ ਨਾ ਕੋਈ ਨਾਨਕ ਭੰਡੇ ਵਾਰਾ। ਇਸਤਰੀ ਤੋਂ ਬਾਹਰਾ ਕੌਣ ਹੈ? ਪ੍ਰਮਾਤਮਾ। ਨਾਨਕ ਭੰਡੇ ਵਾਰਾ ਏਕੋ ਸੱਚਾ ਸੋਏ। ਕਿਉਂਕਿ ਉਹਦੀ ਮਾਂ ਨਹੀਂ ਹੈ, ਉਹਦੀ ਕੋਈ ਭੈਣ ਨਹੀਂ ਹੈ। ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ, ਨਰਸਾਕੰ ਸ਼ਰੀਕ ਹੈ, ਅਮਿਤੋ ਅਮੀਕ ਹੈ। ਫਿਰ ਤੀਸਰੇ ਪਾਤਸ਼ਾਹ ਨੇ ਇਸ ਗੱਲ ਨੂੰ ਅੱਗੇ ਵਧਾਇਆ। ਸਤਿਗੁਰੂ ਨੇ ਸਤੀ ਪ੍ਰਥਾ ਦਾ ਵਿਰੋਧ ਕੀਤਾ ਹੈ। ਜਿਸ ਵੇਲੇ ਕੋਈ ਹਿੰਦੂ ਵੀਰ ਮਰ ਜਾਂਦਾ ਸੀ ਤੇ ਉਹਦੀ ਘਰਵਾਲੀ ਨੂੰ ਉਹਦੀ ਚਿਖਾ ਦੇ ਵਿੱਚ ਸਿੱਟ ਦਿੰਦੇ ਸੀ, ਜੀਂਦੀ ਨੂੰ ਸਿੱਟ ਦਿੰਦੇ ਸਨ। ਤੇ ਗੁਰੂ ਸਾਹਿਬ ਜੀ ਨੇ ਪੂਰਨ ਵਿਆਹ ਜਿਹੜਾ ਵੀ ਇਸਤਰੀ ਮਰ ਜਾਏ ਪੁਰਸ਼ ਮਰ ਜਾਏ, ਤੇ ਇਸਤਰੀ ਮਰ ਜਾਂਦੀ ਸੀ ਤੇ ਪੁਰਸ਼ ਦੂਸਰਾ ਵਿਆਹ ਕਰ ਲੈਂਦਾ ਸੀ। ਜੇ ਇਹ ਪੁਰਸ਼ ਮਰ ਜਾਂਦਾ ਤੇ ਇਸਤਰੀ ਨੂੰ ਵਿੱਚ ਸਿੱਟ ਦਿੰਦੇ ਸੀ। ਤੇ ਕਿੱਦਾਂ ਦਾ ਇਨਸਾਫ ਹੈ? ਇਹਨੂੰ ਕਹਿੰਦੇ ਸਤੀ ਪ੍ਰਥਾ। ਗੁਰੂ ਅਮਰਦਾਸ ਜੀ ਨੇ ਇਹਨੂੰ ਬੰਦ ਕਰਾਇਆ। ਫਿਰ 8ਵੇਂ ਜਾਮੇ ਵਿੱਚ ਜਾ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਇੱਕ ਬਿਮਾਰੀ ਹੋਰ ਪੈਦਾ ਹੋ ਗਈ ਜੋ ਅੱਜ ਵੀ ਹੈ। ਤੇ ਜਿਸ ਵੇਲੇ ਰੋਪੜ ਦਾ ਇੱਕ ਸ਼ਾਹੂਕਾਰ ਸੀ, ਉਹਦਾ ਨਾਮ ਸੀ ਰਾਜਾ ਰਾਮ, ਸਤਿਗੁਰੂ ਦੇ ਦਰਬਾਰ ਦੇ ਵਿੱਚ ਆਇਆ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਸਿੱਖਾਂ ਨੂੰ ਕਹਿ ਦਿੱਤਾ ਕਿ ਇਹਨੂੰ ਅੰਦਰ ਨਹੀਂ ਆਉਣ ਦੇਣਾ, ਇਹਨੂੰ ਇੱਥੇ ਮੱਥਾ ਟੇਕਣ ਨਹੀਂ ਦੇਣਾ। ਉਹਨੇ ਕਾਰਨ ਪੁੱਛਿਆ, ਮਿੰਨਤਾਂ ਕੀਤੀਆਂ। ਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ, ਉਹਦੇ 2-4 ਧੀਆਂ ਹੋਈਆਂ ਸੀ, ਜੰਮਦੀਆਂ ਉਹਨੇ ਮਾਰ ਦਿੱਤੀਆਂ। ਅੱਜ ਕੱਲ੍ਹ ਉਹ ਜੰਮਣ ਤੋਂ ਪਹਿਲਾਂ ਮਾਰ ਦਿੰਦੇ ਮਸ਼ੀਨਾਂ ਦੇ ਨਾਲ, ਪਹਿਲਾਂ ਜੰਮਣ ਤੋਂ ਬਾਅਦ। ਗੁਰੂ ਨਹੀਂ ਪ੍ਰਵਾਨ ਕਰਦਾ ਇਦਾਂ ਦੇ ਲੋਕਾਂ ਨੂੰ। ਇਹ ਗੁਰੂ ਸਾਹਿਬ ਨੇ ਇਹ ਪ੍ਰਕਾਸ਼ ਅੱਜ ਲੈਣਾ ਅਸੀਂ ਵੀ ਜਿਹੜੇ ਧੀਆਂ ਨੂੰ ਕੁੱਖ ਦੇ ਵਿੱਚ ਮਾਰ ਦਿੰਦੇ ਆ, ਜੰਮਣ ਤੋਂ ਪਹਿਲਾਂ ਮਸ਼ੀਨਾਂ ਦੇ ਨਾਲ ਖਤਮ ਕਰ ਦਿੰਦੇ ਆ। ਸਤਿਗੁਰੂ ਦਾ ਉਪਦੇਸ਼ ਸੁਣ ਕੇ ਜਾਇਓ। ਅੱਜ ਸਤਿਗੁਰੂ ਕਹਿਣ ਲੱਗੇ, ਨਹੀਂ ਭਾਈ ਤੂੰ ਇੱਥੇ ਮੱਥਾ ਨਹੀਂ ਟੇਕ ਸਕਦਾ। ਉਹਨੇ ਤੌਬਾ ਕੀਤੀ ਹੈ, ਸਤਿਗੁਰੂ ਤੋਂ ਕੋਲੋਂ ਖਿਮਾ ਮੰਗਦਾ ਹੈ, ਅੱਗੇ ਤੋਂ ਇਹ ਗੁਨਾਹ ਮੈਂ ਨਹੀਂ ਕਰਾਂ। ਵਰਤਾਇਆ ਇੱਕ ਦੇ ਉੱਪਰ, ਸਮਝਾਇਆ ਸਾਰਿਆਂ ਨੂੰ ਗੁਰੂ ਸਾਹਿਬ ਮਹਾਰਾਜ। ਤੇ ਅੱਜ ਵੀ ਸਿੱਖ ਰਹਿਤ ਮਰਜ਼ਾਦਾ ਦੇ ਵਿੱਚ ਇਹ ਗੱਲ ਸਪਸ਼ਟ ਹੈ। ਜਿਹੜੇ ਆਪਣੀਆਂ ਬੱਚੀਆਂ ਨੂੰ ਮਾਰਦੇ ਆ ਤੇ ਉੱਥੇ ਲਿਖਿਆ ਕੁੜੀ ਮਾਰ ਨਾਲ ਨਹੀਂ ਵਰਤਣਾ, ਉਹਦੇ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਕਰਨੀ। ਜਿਹੜੇ ਆਪਣੀਆਂ ਬੱਚੀਆਂ ਨੂੰ ਕੁੱਖ ਦੇ ਵਿੱਚ ਖਤਮ ਕਰ ਦਿੰਦੇ ਆ। ਇੱਕ ਹੋਰ ਮਰਜ਼ਾਦਾ ਜਿਹੜੀ ਸਿੱਖ ਰਹਿਤ ਮਰਜ਼ਾਦਾ ਦੇ ਵਿੱਚ ਹੈ, ਉਹ ਹੈ ਜਗਤ ਜੂਠ ਤਮਾਕੂ। ਉਹ ਵੀ ਕੁਰੈਤਾਂ ਦੇ ਵਿੱਚ ਹੈ ਵੀ ਇਹ ਜਿਹੜਾ ਤਮਾਕੂ ਦਾ ਸੇਵਨ ਕਰਦਾ ਹੈ ਤੇ ਉਹ ਵੀ ਸਿੱਖ ਨਹੀਂ ਹੈ। ਨਸ਼ਾ ਕਿਸੇ ਵੀ ਪ੍ਰਕਾਰ ਦਾ ਹੈ। ਕਿਉਂਕਿ ਵੱਖਰੀ ਗੱਲ ਹੈ ਕਿ ਅਸੀਂ ਉਹ ਸ਼ਬਦ ਪੜ੍ਹਨਾ ਸੁਣਨਾ ਪਸੰਦ ਨਹੀਂ ਕਰਦੇ ਜਿਹੜੇ ਗੁਰਬਾਣੀ ਦੇ ਵਿੱਚ ਸ਼ਰਾਬ ਦੇ ਪਰਤਾਏ ਹਨ ਕਿ ਜਿਤ ਪੀਤੇ ਮਤ ਦੂਰ ਹੋਏ ਵਰਲ ਪਵੇ ਵਿੱਚ ਆਏ। ਉਹ ਅਸੀਂ ਪਸੰਦ ਨਹੀਂ ਕਰਦੇ, ਸੱਚ ਨਹੀਂ ਪਸੰਦ ਕਰਦੇ। ਤੇ ਗੁਰੂ ਸਾਹਿਬ ਮਹਾਰਾਜ ਨੇ ਉਹ ਚੀਜ਼ ਜਿਹੜੀ ਆ ਉਹਨੂੰ ਜੀਵਨ ਦੇ ਵਿੱਚ ਸਾਡੇ ਸਾਹਮਣੇ ਰੱਖਿਆ। ਇੱਕ ਉਪਦੇਸ਼ ਗੁਰੂ ਸਾਹਿਬ ਮਹਾਰਾਜ ਨੇ ਕੀਤਾ ਵੀ ਕਿਸੇ ਚੀਜ਼ ਨੂੰ ਕੈਦ ਕਰਕੇ ਨਹੀਂ ਰੱਖਣਾ, ਕਿਉਂਕਿ ਸਾਰਿਆਂ ਨੂੰ ਆਜ਼ਾਦੀ ਮਾਣਨ ਦਾ ਨਿੱਘ ਹੈ।
आज़ादी मानण दा हक है सारिਆਂ ਨੂੰ। इत्थों तक गुरु साहब ने आख्या भी जे तोता भी है उन्होंने भी पिंजरे दे विच नहीं कैद करना। सिख ने तोता भी पिंजरे विच नहीं कैद करना, क्योंकि उन्होंने भी आज़ादी मानण दा हक है। रब ने दिते पंख दिते, उड़न वास्ते दिते, उड़ारी वास्ते दिते आ, और अपने आप नूं भी नशियां दे विच कैद नहीं करना। ते गुरु साहब महाराज बहुत वड्डी साडे ते किरपा कीती। बड़ियां उदाहरणां हन गुरु साहब दे जीवन विच जो उपदेश दिते आ। सतगुरु दे वड्डे भराता सन गुरु हरराय साहब जी दे दो सपुत्र सन। एक सन राम राय जी वड्डे सन ते छोटे गुरु हरकृष्ण साहब जी महाराज। बाणी दी एक पंक्ति है, मेरे प्रभ साचे एक खेल रचाया, कोई ना किसी ही जिहा उपाया। कोई भी किसी वर्गा परमात्मा ने पैदा नहीं किया। बड़ी भिन्नता है किसी चीज़ नूं तुसीं देख लो। जिस वेले असीं गहराई दे नाल देखांगे सानूं समझ आएगी कि परमात्मा इन्ना वड्डा है। तुसीं देखदे हो कि किसी दी शक्ल मिल सकती है पर किसी दी आवाज़ नहीं मिलती। जे किसी दी आवाज़ मिलती है तो उहदा सुभाव नहीं मिलता। जे दो भरा होणगे तो सुभाव अलग अलग हैं, जिहदा बाबा राम राय ते हरकृष्ण साहब जी महाराज। इत्थों तक एक दरख्त के उपर हज़ारां पत्ते लगे आ, एक पत्ता दूसरे पत्ते वर्गा नहीं है। परमात्मा किड्डा वड्डा है। तो जो सब कुछ मिल सकता है, बंदे की शक्ल मिल जाएगी, आवाज़ तुसीं नकल कर लोगे, बहुत कुछ किया जा सकता है। आ फिंगरप्रिंट किसी के भी नहीं मिलते, सारिਆਂ ਦੇ अलग अलग है। परमात्मा बहुत वड्डा बलिहारी कुदरत वसिया, तेरा अंत ना जाई लखिया। बेअंत परमात्मा ने याद करा दिता। जिहड़ा आ समा आया ना, किहनूं कहंदे आ करोना काल, रब ने याद करा दिता, अपनी हस्ती याद करा दी। मैं पिछे भी बेनती की सी, लोकी धर्म नूं भुल गए सन, रब ने याद करा दिता, पर अज फिर भी लोकी नहीं समझ रहे। रब ने याद करा दिता। जिन्हां धीआं पुत्रां दा तू माण करदा है, जिस पैसे का तू माण करदा है, अज वो बंदे जिन्हां कोल लखां करोड़ां रुपया सी, हॉस्पिटल जांदे जांदे मर गए, एंबूलेंस दे विच खत्म हो गए। कईयां नूं बैड नहीं मिले, कईयां नूं ऑक्सीजन नहीं मिली। रब ने याद करा दिता, तुसीं रब दी सूरत नूं भंन रहे हो। अपने हथी असीं खत्म कर दित्ती ना रब दी सूरत। आ बाणी दे विच पंक्ति आउंदी है, साबत सूरत रब दी भन्ने बेईमान। आ जिन्हां जंगल असीं कटदे ते अपनी सहूलत वास्ते, जंगले दरख्तां दे दरख्त कट दिते अपनी सहूलत वास्ते, ये रब दी सूरत सी। रब साबत सूरत रब दी भन्ने बेईमान। मैं बेनती कर रहा सी, लोकी रस्ते विच मर गए, हॉस्पिटल नहीं पहुंचे, कईयां नूं बैड नहीं मिले, कईयां नूं ऑक्सीजन नहीं मिली। ते जिहड़ा धीआं पुत्रां दा माण करदा सी ना, जिदन मर गया सी ते वो संस्कार वास्ते भी नहीं आए। जिहदे करके तू रब नूं भुल गया है, जिस करके तू गुरु दे घर नूं भुल गया है, जिस चीज़ का तू माण कर रहा, पैसे का माण कर रहा, धीआं पुत्रां दा माण करदा है, किसी ने साथ नहीं दिता। इत्थों तक माफ करना, ऐसी चलो इन्ना समझ लैने आ, जे बंदा सड़ गया उहदा तां करोना सड़ गया ना, नाल उहदियां हड्डियां लैण वास्ते भी कोई नहीं गया, अस्थियां लैण वास्ते भी नहीं है। किस चीज़ का असीं माण करदे हां। रब बहुत वड्डा, परमात्मा की कुदरत बहुत वड्डी है। रब ने याद करा दिता भी तू कित्थे है। बाणी कहती है, आप कह लो जी ਇਹਦੇ ਕੋਲ पैसा ਹੁੰਦਾ बच जाता, साहब कहते हैं नांगे पाँव ते गए जिनके लाख करोड़, जिन्हां को लखां करोड़ा सी ना, वो भी इदां चले गए। ते सानू परमात्मा ने किरपा की। मैं बेनती कर रहा सी, रब ने सुभाव सारिਆਂ ਦੇ अलग अलग बना दिते आ, हरेक बंदा अलग बना दिता। मेरे साचे एक खेल रचाया, कोई ना किसी ही जिहा उपाया। दो भरा हन ते दोनों का सुभाव अलग है, बाबा राम राय जी ते हरकृष्ण साहब जी महाराज। उन्होंने जिस वेले गुरता गद्दी प्राप्त नहीं हुई, उन्हें फिर सरकार का दरवाजा खड़काया। औरंगजेब उस वेले बादशाह सी, ते उस दे दरबार दे विच पहुंचदा है, ते प्रिंसीपल सतवीर सिंह लिखदे आ कि 72 करामातां औरंगजेब के दरबार दे विच बाबा राम राय ने दिखाई।
ਸਤਿਗੁਰ ਨੇ ਜਾਣ ਲੱਗੇ ਆਖਿਆ ਸੀ ਹਰਰਾਜ ਸਾਹਿਬ ਨੇ ਵੀ ਸਾਰੀਆਂ ਤਾਕਤਾਂ ਤੁਹਾਡੇ ਕੋਲ ਹੈ, ਪਰ ਇਹ ਆ ਵੀ ਗੁਰੂ ਨਾਨਕ ਦੇ ਘਰ ਨੂੰ ਪਿੱਠ ਨਹੀਂ ਲੱਗਣੀ ਚਾਹੀਦੀ। ਤੇ ਇੱਕ ਦਿਨ ਔਰੰਗਜ਼ੇਬ ਨੇ ਆਖਿਆ, ਤੁਹਾਡੀ ਬਾਣੀ ਵਿੱਚ ਲਿਖਿਆ ਹੈ ਕਿ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ। ਇੱਕਦਮ ਬਿਨਾਂ ਸੋਚੇ ਕਹਿ ਦਿੱਤਾ। ਕਹਿਣ ਲੱਗਾ ਜੀ ਉੱਥੇ ਗਲਤ ਲਿਖਿਆ, ਮਿੱਟੀ ਬੇਈਮਾਨ ਕੀ ਲਿਖਿਆ। ਸਿਰਫ ਮੂੰਹ ਦੇ ਨਾਲ ਉਹਨੇ ਬਦਲਿਆ ਸੀ, ਅਸੀਂ ਪਤਾ ਨਹੀਂ ਕਿੰਨਾ ਕੁਝ ਬਦਲ ਦਿੱਤਾ ਹੈ। ਅਸੀਂ ਦੇਖ ਕੇ ਵੀ ਗਲਤ ਪੜ੍ਹ ਰਹੇ ਹਾਂ ਬਾਣੀ। ਦਾਵਾ ਕੋਈ ਨਹੀਂ ਕਿ ਮੈਂ ਸ਼ੁੱਧ ਪੜ੍ਹਦਾ ਜਾਂ ਉਹ ਪੜ੍ਹਦਾ, ਦਾਵਾ ਕੁਛ ਨਹੀਂ ਹੈ। ਪਰ ਜੇ ਸਾਨੂੰ ਪਤਾ ਹੈ ਕਬੀਰ ਮਨ ਜਾਣਤ ਸਭ ਜਾਣ, ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ, ਕਾਇ ਕੀ ਕੁਸਲਾਤ ਹਾਥ ਦੀਪ। ਕੋਈ ਅੱਖਾਂ ਵੀ ਦਿੱਤੀਆਂ ਰੱਬ ਨੇ, ਫਿਰ ਅਸੀਂ ਲਗਾ ਮਾਤਰਾ ਗਲਤ ਪੜ੍ਹ ਰਹੇ ਹਾਂ। ਜੇ ਅਸੀਂ ਵਿਸ਼ਰਾਮ ਨਹੀਂ ਦਿੰਦੇ ਨਾ ਸਹੀ, ਤੇ ਉਹਦਾ ਅਰਥ ਹੀ ਬਦਲ ਜਾਂਦਾ ਹੈ। ਮੈਂ ਇੱਕ ਉਦਾਹਰਨ ਦੇਣਾ, ਜਪਜੀ ਸਾਹਿਬ ਦੇ ਵਿੱਚ ਆਪਾਂ ਰੋਜ਼ ਪੜ੍ਹਦੇ ਹਾਂ, ਅਸੀਂ ਪੜ੍ਹਦੇ ਹਾਂ ਵੀ ਖਤਮ ਕਰਨਾ ਹੈ ਜਪਜੀ ਸਾਹਿਬ, ਫਿਰ ਕੇ ਅੱਗੇ ਰੱਖੀਏ ਜਿਸ ਦਿਸੇ ਦਰਬਾਰ। ਉਹਦਾ ਅਰਥ ਕੀ ਬਣੇਗਾ ਪੰਜਾਬੀ ਵਿੱਚ? ਫੇਰ ਕੇ ਮਤਲਬ ਘੁਮਾ ਕੇ। ਜੇ ਅਸੀਂ ਨਹੀਂ ਰੁਕਾਂਗੇ, ਫੇਰ ਕਹਿ ਅੱਗੇ ਰੱਖੀਏ ਜਿਸ ਦਿਸੇ ਦਰਬਾਰ, ਇੱਥੇ ਰੁਕਣਾ ਹੈ। ਫੇਰ ਅਸੀਂ ਪੜ੍ਹਦੇ ਫੇਰ ਕੇ ਅੱਗੇ ਰੱਖੀਏ, ਫੇਰ ਕੇ ਮਤਲਬ ਘੁਮਾ ਕੇ, ਉਹਦਾ ਅਰਥ ਦਾ ਹੀ ਅਨਰਥ ਬਣ ਗਿਆ। ਤੁਸੀਂ ਗੱਲ ਭਾਵੇਂ ਛੋਟੀ ਜਿਹੀ ਹੈ, ਪਰ ਜਦੋਂ ਉਸ ਵੇਲੇ ਅਰਥ ਨੂੰ ਸਮਝਾਂਗੇ ਤੇ ਗੁਰਬਾਣੀ ਦੇ ਵਿੱਚ ਜਿਹੜੀ ਹੈ ਸਤਿਗੁਰੂ ਮਹਾਰਾਜ, ਕਿਉਂਕਿ ਬਾਣੀ ਪਰਮਾਤਮਾ ਦੀ ਹੈ, ਬਾਣੀ ਰੱਬ ਹੈ, ਬਾਣੀ ਬਾਹੋ ਬਾਹੋ ਬਾਣੀ ਨਿਰੰਕਾਰ ਹੈ, ਬਾਣੀ ਗੁਰੂ ਹੈ। ਜਿੰਨੀ ਪਰਮਾਤਮਾ ਨੇ ਸਮਝ ਦਿੱਤੀ ਹੈ, ਜੇ ਸਾਨੂੰ ਪਤਾ ਵੀ ਹੈ, ਕੋਈ ਦੱਸ ਵੀ ਰਿਹਾ ਹੈ, ਫਿਰ ਉਹਨੂੰ ਅਸੀਂ ਗਲਤ ਪੜ੍ਹ ਰਹੇ ਹਾਂ, ਕੋਈ ਸਾਨੂੰ ਰਸਤਾ ਦੱਸ ਰਿਹਾ, ਅਸੀਂ ਗਲਤ ਚਲੇ ਜਾਈਏ, ਫਿਰ ਉਹਦਾ ਕਸੂਰ ਥੋੜ੍ਹੇ ਹੈ। ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਆਖੀਏ, ਜਿਉ ਬਾਂਸ ਵਜਾਈਏ ਫੂਕ। ਮਾਫੀ ਉਹਦੀ ਹੁੰਦੀ ਆ ਜਿਹੜੀ ਗਲਤੀ ਅਣਜਾਣੇ ਵਿੱਚ ਹੋ ਜਾਏ, ਜਿਹੜੀ ਜਾਣਬੁੱਝ ਕੇ ਕੀਤੀ ਜਾਏ, ਰੋਜ਼ ਕੀਤੀ ਜਾਏ, ਉਹਦੀ ਤਾਂ ਸਜ਼ਾ ਮਿਲਦੀ ਹੈ ਨਾ। ਤੇ ਸਾਨੂੰ ਲੋੜ ਹੈ, ਬੜੀ ਕਿਰਪਾ ਤੁਹਾਡੇ ਉੱਪਰ। ਪਿਛਲੇ ਸਾਡੇ ਮੁੱਖ ਸੇਵਾਦਾਰ ਰਹੇ ਸਰਦਾਰ ਕਮਲਜੀਤ ਸਿੰਘ ਜੀ, ਤੇ 2 ਵਾਰੀ ਸੰਥਿਆ ਕਰਾਈ, ਤੁਸੀਂ ਆਪ ਸੰਥਿਆ ਲਈ ਹੈ, ਕਿਉਂਕਿ ਮੈਂ ਆਪ ਬੈਠਾ ਉਹਦੇ ਵਿੱਚ, ਕਿਉਂਕਿ ਸਾਨੂੰ ਨਹੀਂ ਆਉਂਦਾ ਪਾਠ ਕਰਨਾ, ਸਿੱਖਣਾ ਪੈਂਦਾ, ਸਿੱਖਣਾ ਚਾਹੀਦਾ ਹੈ। ਜਿਹਨਾਂ ਨੂੰ ਆਉਂਦਾ ਸੀ ਨਹੀਂ ਪਹੁੰਚੇ, ਤੇ ਜਿਨ੍ਹਾਂ ਨੇ ਸਿੱਖਿਆ ਹੈ, ਬਹੁਤ ਕਿਰਪਾ ਮਹਾਰਾਜ ਦੀ, ਬੜੀ ਕਿਰਪਾ ਹੈ, ਬਖਸ਼ਿਸ਼ ਹੈ। ਤੇ ਉੱਥੇ ਗੁਰੂ ਸਾਹਿਬ ਮਹਾਰਾਜ, ਇਹ ਜਿਹੜੀ ਬਾਣੀ ਹੈ, ਬਾਣੀ ਦੇ ਜਿੰਨੇ ਤੱਕ ਅਸੀਂ ਅਰਥ ਨੂੰ ਨਹੀਂ ਸਮਝਦੇ, ਸਾਡੇ ਵਾਸਤੇ ਫਿਰ ਇੱਕੋ ਚੀਜ਼ ਹੋ ਜਾਂਦੀ, ਖੋਤਾ ਤੇ ਸ਼ੇਰ ਇੱਕੋ ਚੀਜ਼ ਹੈ। ਗੁਰੂ ਸਾਹਿਬ ਕੀ ਕਹਿ ਰਹੇ, ਕਿਸ ਭਾਵ ਦੇ ਨਾਲ ਉਹ ਪੌੜੀ ਉਚਾਰਨ ਕੀਤੀ ਹੈ। ਗੁਰੂ ਸਾਹਿਬ ਨੇ ਇਹ ਨਹੀਂ ਕਿ ਇੱਕ ਨੂੰ ਆਖਿਆ ਦੂਸਰੇ ਨੂੰ ਵੀ ਆਖਿਆ। ਤੁਸੀਂ ਪੜ੍ਹਦੇ ਨਾ ਆਸਾ ਕੀ ਵਾਰ ਦੇ ਵਿੱਚ, ਸਾਹਿਬ ਕਹਿੰਦੇ ਜੇ ਮੁਹਾਕਾ ਘਰ ਮੂੰਹ ਹੈ, ਘਰ ਮੈਂ ਪਿਤਰੀ ਦੇ। ਇੱਕ ਚੋਰ ਚੋਰੀ ਕਰਦਾ ਤੇ ਆਪਣੇ ਪਿਤਰਾਂ ਦਾ ਸਰਾਧ ਕਰਦਾ, ਜੇ ਮੁਹਾਕਾ ਘਰ ਮੂਹੇ, ਘਰ ਮੈਂ ਪਿਤਰੀ ਦੇ, ਅੱਗੇ ਵੱਧ ਸਿਆਣੀਏ ਪਿਤਰੀ ਚੋਰ ਕਰੇ। ਇਹ ਸਮਝ ਲਓ ਵੀ ਜਿਹੜੇ ਲੋਕ ਕਹਿੰਦੇ ਵੀ ਉੱਪਰ ਸਮਾਨ ਜਾਂਦਾ ਹੈ, ਪਾਰਸਲ ਜਾਂਦਾ ਤੇ ਉੱਪਰ ਜਾ ਕੇ ਸਮਾਨ ਚਲਾ ਗਿਆ, ਉੱਪਰ ਜਾ ਕੇ ਉਹਦੇ ਵੀ ਉੱਥੇ ਬੈਠੇ ਸਨ ਤੇ ਉਹਨਾਂ ਨੇ ਪਹਿਚਾਣ ਲਿਆ ਵੀ ਇਹ ਤਾਂ ਸਾਡੇ ਘਰ ਦਾ ਸਮਾਨ ਚੋਰੀ ਕਰਕੇ ਲਿਆ। ਤੇ ਫਿਰ ਕਹਿੰਦੇ ਵੱਡੀਏ ਹੱਥ ਦਲਾਲ ਕੇ, ਉਹਦੇ ਵਿੱਚ ਭਾਵੇਂ ਕੋਈ ਪੰਡਤ ਹੋਵੇ, ਗ੍ਰੰਥੀ ਹੋਵੇ, ਵੱਡੀਏ ਹੱਥ ਦਲਾਲ ਕੇ ਮੁਸਵੀ ਇਹ ਕਰੇ, ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਤੇ। ਉਹ ਮਿਲਣਾ ਜੋ ਇੱਥੇ ਤੁਸੀਂ ਕਰਕੇ ਜਾਓਗੇ ਜੀਵਨ ਦੇ ਵਿੱਚ। ਤੇ ਉਹ ਚੀਜ਼ ਜਿਹੜੀ ਸਤਿਗੁਰੂ ਮਹਾਰਾਜ ਨੇ ਸਮਝਾਉਣ ਦਾ ਯਤਨ ਕੀਤਾ, ਕਹਿੰਦੇ ਮਿੱਟੀ ਮੁਸਲਮਾਨ ਕੀ ਪੇੜਾ ਪਈ ਘੁਮਿਆਰ। ਪੇੜੇ ਕਹਿੰਦੇ ਬਸ ਪੈਣਾ। ਉਹ ਕਬਰਾਂ ਦੇ ਵਿੱਚ ਚੀਕਣੀ ਮਿੱਟੀ ਉੱਥੋਂ ਪੱਟ ਕੇ ਲਿਆਇਆ, ਉਹਦੇ ਲਿਆ ਕੇ ਉਹਨੇ ਕੱਚੇ ਭਾਂਡੇ ਤਿਆਰ ਕੀਤੇ ਤੇ ਉਹਨੂੰ ਅੱਗ ਦੇ ਵਿੱਚ, ਆਵੇ ਦੇ ਵਿੱਚ ਰੱਖ ਦਿੱਤਾ। ਤੇ ਗੁਰੂ ਸਾਹਿਬ ਜੀ ਉਹ ਬਿਆੰਗ ਕਰ ਰਹੇ ਆ ਵੀ ਜਿਹੜੇ ਲੋਕ ਸੜਨ ਤੋਂ ਬਚਦੇ ਆ, ਇਸਲਾਮ ਦੇ ਵਿੱਚ ਦਫਨ ਕੀਤਾ ਜਾਂਦਾ ਹੈ, ਸਾੜਿਆ ਨਹੀਂ ਜਾਂਦਾ, ਉਹਨੂੰ ਨਪਾਕ ਕਹਿੰਦੇ ਜਿਹੜਾ ਸੜ ਜਾਂਦਾ ਹੈ। ਪਰ ਗੁਰਮਤ ਦੇ ਵਿੱਚ ਤੁਸੀਂ ਆਪਣੇ ਗੁਰੂ ਤੇ ਪ੍ਰਾਊਡ ਕਰੋ, ਆਪਣੇ ਗੁਰੂ ਤੇ ਮਾਣ ਕਰੋ। ਗੁਰੂ ਨੇ ਤੁਹਾਨੂੰ ਬਹੁਤ ਵੱਡਾ ਵਿਸ਼ਾਲ ਦਿਮਾਗ ਦਿੱਤਾ ਹੈ, ਕੋਈ ਤੁਹਾਨੂੰ ਚੈਲੰਜ ਨਹੀਂ ਕਰ ਸਕਦਾ। ਅੱਜ ਚੈਲੰਜ ਹੋ ਗਿਆ, ਦਿੱਲੀ ਹਾਈ ਕੋਰਟ ਨੇ ਸੁਪਰੀਮ ਕੋਰਟ ਤੱਕ ਕਹਿ ਦਿੱਤਾ ਵੀ ਭਾਈ ਜੀਂਦਿਆਂ ਬੰਦਿਆਂ ਵਾਸਤੇ ਜਗ੍ਹਾ ਨਹੀਂ, ਤੁਹਾਨੂੰ ਕਬਰਸਤਾਨ ਵਾਸਤੇ ਜਗ੍ਹਾ ਕਿੱਥੋਂ ਮਿਲੇ। ਇਦਾਂ ਦਾ ਧਰਮ ਨਹੀਂ ਦਿੱਤਾ ਕਿ ਉਹਨੂੰ ਚੈਲੰਜ ਕਰਦੇ। ਗੁਰੂ ਸਾਹਿਬ ਕਹਿੰਦੇ ਭਾਵੇਂ ਤੁਸੀਂ ਇਹਨੂੰ ਪਾਣੀ ਵਿੱਚ ਬਹਾ ਦਿਓ, ਭਾਵੇਂ ਇਹਨੂੰ ਮਿੱਟੀ ਵਿੱਚ ਦਬਾ ਦਿਓ, ਭਾਵੇਂ ਇਹਨੂੰ ਸਾੜ, ਸਭ ਤੋਂ ਵਧੀਆ ਤਰੀਕਾ ਸਿੱਖ ਰਹਿਤ ਮਰਜ਼ਾਦਾ ਵਿੱਚ ਇਹੀ ਦੱਸਿਆ ਕਿ ਸੰਸਕਾਰ ਕਰ ਦਿੱਤਾ ਜਾਏ, ਵਧੀਆ ਤਰੀਕਾ ਇਹੀ ਹੈ। ਬਾਕੀ
ਉਹਨੂੰ ਮਿੱਟੀ ਦੱਬ ਦਿਓ, ਪਾਣੀ ਵਿੱਚ ਰੋੜ ਦਿਓ, ਕੋਈ ਉਹਨੂੰ ਫਰਕ ਨਹੀਂ ਪੈਣਾ। ਉਹਨੇ ਉਹੀ ਉਹਨੂੰ ਮਿਲਣਾ ਹੈ, ਉਹਨੇ ਜੋ ਜੀਵਨ ਦੇ ਵਿੱਚ ਕਮਾਇਆ ਹੈ। ਚਾਹੇ ਤੁਸੀਂ ਫਿਰ ਉਹਨੂੰ ਮਰੇ ਨੂੰ ਤੁਸੀਂ ਦਰਵਾਜ਼ਾ ਖੋਲ ਕੇ ਮੱਥਾ ਟਿਕਾ ਦਿਓ, ਮਰਿਆ ਕਿੱਥੋਂ ਮੱਥਾ ਟੇਕੇ? ਪਤਾ ਨਹੀਂ, ਮੈਨੂੰ ਤਾਂ ਸਮਝ ਨਹੀਂ ਆ ਰਹੀ ਕਿਹਨੇ ਮਰਜ਼ਾਦਾ ਸ਼ੁਰੂ ਕੀਤੀ ਹੈ ਵੀ ਗੇਟ ਖੋਲ ਕੇ ਮੱਥਾ ਟੇਕਣਾ ਜੀ, ਮੁਰਦੇ ਨੂੰ ਮੱਥਾ ਟਿਕਾਉਣਾ। ਉਹ ਜੀਂਦਾ ਤਾਂ ਕਦੇ ਗੁਰਦੁਆਰੇ ਆਇਆ ਨਹੀਂ, ਜੀਂਦਾ ਤਾਂ ਕਦੇ ਗੁਰਦੁਆਰੇ ਬੜਿਆ ਨਹੀਂ, ਤੇ ਮਰ ਕੇ ਮੱਥਾ ਕਿੱਥੋਂ ਟੇਕ? ਉਹਦੇ ਵੈਸੇ ਮੁਰਦਾ ਆਕੜਿਆ ਹੁੰਦਾ ਹੈ, ਹੁਣ ਕੀ ਮੱਥਾ ਟੇਕਣਾ ਹੈ? ਸਾਡੀ ਇੱਕ ਮਾਨਸਿਕਤਾ ਹੋ ਗਈ ਹੈ ਕਿ ਇਹ ਚੀਜ਼ ਹੈ। ਗੁਰੂ ਸਾਹਿਬ ਨੇ ਕਹਿੰਦੇ ਜੀਂਦਿਆਂ ਆਪੇ ਬੀਜ ਆਪੇ ਹੀ ਕਹੋ, ਜੈਸਾ ਬੀਜੇ ਸੋ ਲੂਣੇ ਕਰਮਾ ਸੰਧੜਾ ਖੇਤ। ਜੋ ਅਸੀਂ ਜੀਵਨ ਦੇ ਵਿੱਚ ਕਰ ਰਹੇ ਹਾਂ, ਸਾਹਿਬ ਕਹਿੰਦੇ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁੰਮਿਆ। ਉਹ ਬੱਸ ਪੈ ਗਈ ਤੇ ਉਹਨੇ ਕੀ ਕੀਤਾ, ਲਿਆ ਕੇ ਘੜ ਭਾਂਡੇ ਇੱਟਾਂ ਕੀਆਂ, ਜਲਦੀ ਕਰੇ, ਜਲਦੀ ਮਤਲਬ ਸ਼ਤਾਬਦੀ ਨਹੀਂ, ਜਲਦੀ ਸੜਦੀ ਹੋਈ ਪੁਕਾਰ ਕਰਦੀ, ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬਪੜੀ, ਝੜ ਝੜ ਪਵੇ ਅੰਗਿਆਰ, ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾਰ। ਗੱਲ ਇਹ ਸੀ, ਜੇ ਰਾਮ ਰਾਏ ਸਮਝਾ ਦਿੰਦਾ ਤੇ ਬੇਦਖਲ ਗੁਰੂ ਸਾਹਿਬ ਨਾ ਕਰਦੇ। ਗੁਰੂ ਸਾਹਿਬ ਨੇ ਕਿਹਾ, ਸ਼ਬਦ ਹੈ ਗੁਰੂ ਹਰਿ ਰਾਏ ਸਾਹਿਬ ਦੇ, ਕਹਿੰਦੇ ਭਾਇਓ ਨਲਾਇਕ, ਇਹ ਨਲਾਇਕ ਹੈ। ਭਾਇਓ ਨਲਾਇਕ ਰਹੋ ਨਾ ਧੀਰ। ਇਹਦੇ ਅੰਦਰ ਗੁਰਮਤ ਵਾਲਾ ਧੀਰਜ ਨਹੀਂ ਹੈ, ਇਹਦੇ ਅੰਦਰ ਗੁਰਮਤ ਵਾਲਾ ਸਹਿਜ ਨਹੀਂ ਹੈ, ਇਹਦੇ ਅੰਦਰ ਗੁਰਮਤ ਵਾਲੀ ਜਾਣਕਾਰੀ ਨਹੀਂ ਹੈ। ਇਹਦੇ ਜੀਵਨ ਦੇ ਵਿੱਚ ਸਹਿਜ ਖਤਮ ਹੋ ਗਿਆ ਇਸ ਦਾ। ਭਾਇਓ ਨਲਾਇਕ ਰਹੋ ਨਾ ਧੀਰ, ਇਹਦੇ ਅੰਦਰ ਧੀਰਜ ਹੀ ਨਹੀਂ ਹੈ ਤੇ ਇਹ ਨਲਾਇਕ ਬਣ ਗਿਆ ਹੈ। ਤੇ ਉਹਨੇ ਫਿਰ ਜਾ ਕੇ ਨਾ ਔਰੰਗਜ਼ੇਬ ਦੇ ਕੋਲ, ਇੱਕ ਨਾ ਗੁਰੂ ਸਾਹਿਬ ਨੇ ਗੱਲ ਕਹੀ ਸੀ ਤੇ ਅਸੀਂ ਬੜੇ ਸਿਆਣੇ ਆ, ਉਸ ਵੇਲੇ ਵੀ ਲੋਕ ਬਥੇਰੇ ਸੀ ਸਾਡੇ ਵਿੱਚ ਸਿਆਣੇ। ਤੇ ਗੁਰੂ ਸਾਹਿਬ ਨੇ ਆਖਿਆ ਸੀ, ਇੱਕ ਹੁਕਮਨਾਮਾ ਜਾਰੀ ਕੀਤਾ ਸੰਗਤ ਨੂੰ ਵੀ, ਕਿਉਂਕਿ ਬੇਦਖਲ ਕਰ ਦਿੱਤਾ ਗੁਰੂ ਸਾਹਿਬ ਨੇ, ਉਹਨੂੰ ਪੰਥ ਦੇ ਵਿੱਚੋਂ ਛੇਕ ਦਿੱਤਾ। ਤੇ ਸਤਿਗੁਰੂ ਜੀ ਕਹਿੰਦੇ ਇਹਨੂੰ ਕੌਡੀ ਨਹੀਂ ਦੇਣੀ ਕਿਸੇ ਨੇ, ਕਿਉਂਕਿ ਮਸੰਦ ਪ੍ਰਥਾ ਚੱਲਦੀ ਸੀ, ਮਸੰਦ ਇਕੱਠਾ ਕਰਕੇ ਲਿਆਉਂਦੇ ਸੀ, ਇਹਨੂੰ ਕੌਡੀ ਨਹੀਂ ਦੇਣੀ। ਤੇ ਮਸੰਦਾਂ ਨੇ ਕੀ ਬਣਾ ਦਿੱਤਾ ਵੀ ਗੁਰੂ ਹਰਿਰਾਏ ਸਾਹਿਬ ਜੀ ਨੇ ਕਿਹਾ ਵੀ ਕੌਡੀ ਨਹੀਂ ਦੇਣੀ, ਉਸ ਤੋਂ ਵੱਧ ਦੇਣਾ ਇਸ ਨੂੰ, ਕੌਡੀ ਨਹੀਂ ਦੇਣੀ, ਇਸ ਤੋਂ ਵੱਧ ਦੇ ਸਕਦੇ ਤੁਸੀਂ, ਇਹਨੂੰ ਕੌਡੀ ਨਹੀਂ ਦੇਣੀ ਰਾਮ ਰਾਏ ਨੇ। ਉਸ ਗੱਲ ਨੂੰ ਉਲਟ ਕਰ ਦਿੱਤਾ। ਉਹ ਜਾ ਕੇ ਉੱਥੇ ਰੋਇਆ ਔਰੰਗਜ਼ੇਬ ਦੇ ਕੋਲ ਕਿ ਮੈਨੂੰ ਮੇਰੇ ਪਿਤਾ ਨੇ ਬੇਦਖਲ ਕਰ ਦਿੱਤਾ, ਮੈਂ ਗੁਰੂ ਨਾਨਕ ਦੀ ਬਾਣੀ ਨੂੰ ਬਦਲਿਆ, ਉਹ ਮੈਨੂੰ ਬੇਦਖਲ ਕਰ ਦਿੱਤਾ, ਤੁਸੀਂ ਮੇਰਾ ਕੁਝ ਕਰੋ। ਤੇ ਉੱਥੇ ਫਿਰ ਇੱਕ ਜਗ੍ਹਾ ਦਿੱਤੀ ਔਰੰਗਜ਼ੇਬ ਨੇ, ਉਸ ਜਗ੍ਹਾ ਦਾ ਉਸ ਵੇਲੇ ਨਾਮ ਸੀ ਦੂਣ। ਉੱਥੇ ਬਣਾਇਆ ਰਾਮ ਰਾਏ ਨੇ ਡੇਰਾ, ਉਹਨੂੰ ਅੱਜ ਕਹਿੰਦੇ ਦੇਹਰਾਦੂਨ। ਇਹ ਔਰੰਗਜ਼ੇਬ ਨੇ ਰਾਮ ਰਾਏ ਨੂੰ, ਅੱਜ ਵੀ ਉੱਥੇ ਰਾਮ ਰਾਏ ਦਾ ਅਸਥਾਨ ਹੈ। ਹਾਂ, ਇਹ ਜ਼ਰੂਰ ਹੈ ਕਿ ਰਾਮ ਰਾਏ ਸਿੱਖੀ ਦੀ ਮੁੱਖ ਧਾਰਾ ਵਿੱਚ ਵਾਪਸ ਆ ਗਏ ਸੀ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੌਂਟਾ ਸਾਹਿਬ ਦੀ ਪਾਵਨ ਧਰਤੀ ਤੇ ਮਿਲੇ ਆ। ਪਰ ਜਿਹੜੇ ਉਹਨੂੰ ਮੰਨਣ ਵਾਲੇ ਆ, ਉਸ ਦੇ ਨਾਲ ਜਿਹੜਾ ਸੀ ਰਾਮ ਰਾਏ ਦੇ ਨਾਲ ਧੀਰਮਲ, ਹਰਿਰਾਏ ਸਾਹਿਬ ਜੀ ਦਾ ਭਰਾ ਧੀਰਮਲ, ਤੇ ਧੀਰਮਲ ਨੇ ਰਾਮ ਰਾਏ ਨੂੰ ਹਵਾ ਬਹੁਤ ਦਿੱਤੀ, ਉਹਦੀ ਬਹੁਤ ਮਦਦ ਕੀਤੀ। ਗੁਰੂ ਸਾਹਿਬ ਨੂੰ ਆਖਿਆ ਵੀ ਇਹਨੂੰ ਗੱਦੀ ਦੇਣੀ ਚਾਹੀਦੀ ਹੈ, ਵੱਡਾ ਹੈ। ਤੇ ਧੀਰਮਲ ਜਿਹੜਾ ਸੀ, ਉਹ ਧੀਰਮਲ ਸੀ ਜਿਹਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਉੱਪਰ ਗੋਲੀ ਚਲਾਈ। ਧੀਰਮਲ ਦੇ ਮੰਨਣ ਵਾਲੇ ਉਹ ਹਨ ਜਿਹਨੂੰ ਅੱਜ ਅਸੀਂ ਵਡਭਾਗ ਸਿੰਘ ਕਹਿੰਦੇ ਆ। ਸਿੱਖ ਵੀ ਬਹੁਤ ਜਾਂਦੇ ਆ ਵਡਭਾਗ ਸਿੰਘ ਦੇ ਡੇਰੇ ਤੇ। ਇੰਦੌਰ ਦੇ ਵਿੱਚ ਵੀ ਇੱਕ ਬੀਬੀ ਚਲਾ ਰਹੀ ਹੈ ਉਹ ਡੇਰਾ ਵਡਭਾਗ ਸਿੰਘ ਦਾ। ਰਾਮ ਰਾਈਆਂ ਦੇ ਨਾਲ, ਮੀਣਿਆਂ ਦੇ ਨਾਲ, ਧਰਮ ਧੀਰਮਲੀਆਂ ਦੇ ਨਾਲ, ਰਾਮ ਰਹੀਮ ਵਾਲੇ, ਭਨਿਆਰੇ ਵਾਲੇ, ਇਹਨਾਂ ਦੇ ਨਾਲ ਸਿੱਖ ਨੇ ਰੋਟੀ ਬੇਟੀ ਦੀ ਸਾਂਝ ਨਹੀਂ ਕਰਨੀ, ਜੋ ਸਿੱਖ ਰਹਿਤ ਮਰਜ਼ਾਦਾ ਦੇ ਵਿੱਚ ਲਿਖਿਆ ਹੈ। ਤੇ ਉੱਥੇ ਗੁਰੂ ਸਾਹਿਬ ਮਹਾਰਾਜ ਨੇ ਜਿਹੜੀਆਂ ਕਿਰਪਾ ਰਹਿਮਤਾਂ ਜਿਹੜੀਆਂ ਜੀਵਨ ਦੇ ਵਿੱਚ ਕੀਤੀਆਂ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ। ਤੇ ਹੁਣ ਰਾਮ ਰਾਏ ਇਸ ਗੱਲ ਤੇ ਜ਼ੋਰ ਦੇ ਰਿਹਾ ਹੈ ਔਰੰਗਜ਼ੇਬ ਨੂੰ ਕਿ ਤੁਸੀਂ ਹਰਕ੍ਰਿਸ਼ਨ ਨੂੰ ਬੁਲਾਓ ਦਿੱਲੀ, ਹਰਕ੍ਰਿਸ਼ਨ ਨੂੰ ਦਿੱਲੀ ਬੁਲਾਓ। ਵੀ ਇਹ ਹੁਣ ਜਿਸ ਵੇਲੇ ਔਰੰਗਜ਼ੇਬ ਨੂੰ ਪੁੱਛੇਗਾ, ਉਹ ਬੱਚਾ ਹੈ, ਥਿੜਕ ਜਾਏਗਾ, ਪਰ ਉਹਨੂੰ ਨਹੀਂ ਪਤਾ ਵੀ ਜੋਤ ਇਹ ਗੁਰੂ ਨਾਨਕ ਦੀ ਹੈ। ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਿੱਲੀ ਜਾ ਰਹੇ ਆ। ਦਿੱਲੀ ਦੇ ਕੋਲ ਅੰਬਾਲਾ ਆਉਂਦਾ, ਅੰਬਾਲੇ ਤੋਂ 8 ਕਿਲੋਮੀਟਰ ਪੰਜੋਖੜਾ ਪਿੰਡ ਸੀ, ਹੁਣ ਪੰਜੋਖੜਾ ਸਾਹਿਬ ਹੋ ਗਿਆ। ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨ ਪਏ। ਉੱਥੇ ਛੱਜੂ ਝੀਵਰ, ਜਿਹਦੇ ਕੋਲ ਗੁਰੂ ਸਾਹਿਬ ਮਹਾਰਾਜ ਨੇ ਗੀਤਾ ਦਾ ਪਾਠ ਤੇ ਗੀਤਾ ਦੇ ਅਰਥ ਕਰਾਏ। ਪੰਡਤ ਲਾਲ ਚੰਦ ਜਿਹੜਾ ਗੁਰੂ ਕਾ ਸਿੱਖ ਬਣਿਆ, ਉਹਦਾ ਹੰਕਾਰ ਤੋੜਿਆ, ਫਿਰ ਉਹਨੇ ਅਯੁੱਧਿਆ ਦੇ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ। ਛੱਜੂ ਝੀਵਰ ਦੇ ਪਰਿਵਾਰ ਦੇ ਵਿੱਚੋਂ, ਜਿਹੜੇ ਪਿਆਰਿਆਂ ਦੇ ਵਿੱਚੋਂ ਭਾਈ ਹਿੰਮਤ ਸਿੰਘ ਜੀ ਹੋਏ ਆ, ਉਹਨਾਂ ਦੇ ਪਰਿਵਾਰ ਦੇ ਵਿੱਚੋਂ ਸਨ। ਫਿਰ ਗੁਰੂ ਸਾਹਿਬ ਮਹਾਰਾਜ ਜੀ ਦਿੱਲੀ ਪਹੁੰਚਦੇ ਆ। ਦਿੱਲੀ ਲਿਆਉਣ ਵਿੱਚ 2 ਬੰਦਿਆਂ ਦਾ ਯੋਗਦਾਨ ਸੀ, ਉਹ ਵੀ ਔਰੰਗਜ਼ੇਬ ਦੇ ਬੰਦੇ ਸਨ, ਰਾਜਾ ਜੈ ਸਿੰਘ
ਤੇ ਉਹਨੇ ਅੱਗੇ ਫਿਰ ਆਰਡਰ ਕੀਤਾ, ਇੱਕ ਪਰਸਰਾਮ ਕਰਕੇ ਹੋਇਆ। ਪਰਸਰਾਮ ਜਿਹੜਾ ਕੀਰਤਪੁਰ ਸਾਹਿਬ ਬੇਨਤੀ ਲੈ ਕੇ ਗਿਆ ਕਿ ਤੁਸੀਂ ਆਓ ਤੇ ਗੁਰੂ ਸਾਹਿਬ ਮਹਾਰਾਜ ਦੇ ਆ ਕੇ ਤੁਸੀਂ ਸੰਗਤਾਂ ਨੂੰ ਦਰਸ਼ਨ ਦਿਓ। ਸੰਗਤ ਵਾਸਤੇ ਤੁਸੀਂ ਆਓ, ਲੁਕਾਈ ਵਾਸਤੇ ਆਓ। ਬਹਾਨਾ ਸੀ ਵੀ ਕਿਸੇ ਤਰ੍ਹਾਂ ਔਰੰਗਜ਼ੇਬ ਦੇ ਨਾਲ ਮੁਲਾਕਾਤ ਕਰਾਈ ਜਾਏ। ਤੇ ਅੱਜ ਜਿੱਥੇ ਆਪਾਂ ਮੱਥਾ ਟੇਕਦੇ ਹਾਂ ਬੰਗਲਾ ਸਾਹਿਬ, ਇਹ ਰਾਜਾ ਜੈ ਸਿੰਘ ਦਾ ਬੰਗਲਾ ਸੀ। ਤੇ ਰਾਜਾ ਜੈ ਸਿੰਘ ਦਾ ਸੰਬੰਧ ਬੁਰਹਾਨਪੁਰ ਦੇ ਨਾਲ ਹੈ। ਤੁਸੀਂ ਕਦੇ ਬੁਰਹਾਨਪੁਰ ਜਾਓ, ਉੱਥੇ ਦੀਆਂ ਜਿਹੜੀਆਂ ਇਤਿਹਾਸਕ ਚੀਜ਼ਾਂ ਹਨ, ਧਰੋਹਰ ਹਨ, ਉਹਨਾਂ ਨੂੰ ਦੇਖਿਓ। ਇੱਕ ਚੌਂਕ ਹੈ ਜਿਹਨੂੰ ਚੌਂਕ ਨੂੰ ਕਹਿੰਦੇ ਰਾਜਾ ਜੈ ਸਿੰਘ ਦੀ ਛਤਰੀ। ਰਾਜਾ ਜੈ ਸਿੰਘ ਦਾ ਅੰਤਮ ਸਮਾਂ ਬੁਰਹਾਨਪੁਰ ਦੇ ਵਿੱਚ ਬਤੀਤ ਹੋਇਆ। ਇੱਥੇ ਹੀ ਉਹਦਾ ਅੰਤਮ ਸੰਸਕਾਰ ਹੋਇਆ। ਉਹਦੀ ਉੱਥੇ ਯਾਦਗਾਰ ਬਣੀ ਹੈ, ਰਾਜਾ ਜੈ ਸਿੰਘ ਦੀ ਛਤਰੀ ਬਣੀ ਹੈ ਉੱਥੇ। ਤੇ ਹੁਣ ਰਾਜਾ ਜੈ ਸਿੰਘ ਦੇ ਉੱਥੇ ਬੰਗਲੇ ਵਿੱਚ ਗੁਰੂ ਸਾਹਿਬ ਆ, ਤੇ ਗੁਰੂ ਸਾਹਿਬ ਮਹਾਰਾਜ ਦੇ ਕੋਲ ਸੰਗਤਾਂ ਆਉਂਦੀਆਂ ਹਨ। ਤੇ ਬਿਮਾਰੀ ਵੀ ਫੈਲੀ ਸੀ, ਗੁਰੂ ਸਾਹਿਬ ਮਹਾਰਾਜ ਨੇ ਆਪ ਕਿਰਪਾ ਕੀਤੀ। ਤੇ ਉਸ ਸਮੇਂ ਦੇ ਵਿੱਚ ਔਰੰਗਜ਼ੇਬ ਨੇ ਬੜੇ ਸਣੇ ਭੇਜੇ ਆ। ਪਰ ਇੱਕ ਦਿਨ ਫਿਰ ਉਹਨੇ ਮਨ ਵਿੱਚ ਸੋਚਿਆ ਕਿ ਕਿਹੜੀ ਤਾਕਤ ਹੈ ਕਿ ਜੋ ਮੇਰੇ ਕੋਲ ਨਹੀਂ ਆ ਰਹੀ, ਤੇ ਕਿਉਂ ਨਾ ਮੈਂ ਚਲਾ ਜਾਵਾਂ। ਔਰੰਗਜ਼ੇਬ ਇਤਿਹਾਸ ਲਿਖਦਾ ਹੈ, ਜਿਸ ਵੇਲੇ ਸਤਿਗੁਰੂ ਜੀ ਨੂੰ ਪਤਾ ਲੱਗਾ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ, ਤੇ ਸਤਿਗੁਰੂ ਮਹਾਰਾਜ ਨੇ ਆਖਿਆ ਵੀ ਇਹ ਦਰਵਾਜ਼ਾ ਬੰਦ ਕਰ ਦਿਓ, ਉਸ ਮਲੇਸ਼ ਦੇ ਮੱਥੇ ਨਹੀਂ ਲਾਉਣਾ। ਤੇ ਉਸ ਨੇ ਆ ਕੇ ਦਰਵਾਜ਼ੇ ਦੇ ਸਾਹਮਣੇ ਖੜ ਕੇ ਆਵਾਜ਼ਾਂ ਵੀ ਮਾਰੀਆਂ। ਇਤਿਹਾਸ ਲਿਖਦਾ ਹੈ, ਮੈਂ ਇਸ ਕਰਕੇ ਹਵਾਲਾ ਦਿੰਦਾ ਹੁੰਦਾ ਕਿ ਜੇ ਕੋਈ ਸੁਣੀ ਸੁਣਾਈ ਗੱਲ ਨਹੀਂ, ਪੜ੍ਹ ਕੇ ਮੈਂ ਸੁਣਾ ਰਿਹਾ। ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਲਿਖਿਆ ਇਤਿਹਾਸ ਕਿ 12 ਮਿੰਟ, ਅੱਧੀ ਘੜੀ, 24 ਮਿੰਟ ਦੀ ਇੱਕ ਘੜੀ ਹੁੰਦੀ, 12 ਮਿੰਟ ਔਰੰਗਜ਼ੇਬ ਖੜਾ ਰਿਹਾ। ਗੁਰੂ ਹਰਕ੍ਰਿਸ਼ਨ ਸਾਹਿਬ ਨੇ ਦਰਵਾਜ਼ਾ ਨਹੀਂ, ਅੱਜ ਦਾ ਗੁਰੂ ਹੁੰਦਾ ਨਾ, ਸਿੱਧੀ ਗੱਡੀ ਪ੍ਰਧਾਨ ਮੰਤਰੀ ਦੇ ਘਰ ਜਾਂਦੀ, ਸਿੱਧੀ ਗੱਡੀ। ਤੇ ਇਹ ਅਸੀਂ ਉਸ ਗੁਰੂ ਦੇ ਸਿੱਖ ਹਾਂ, ਅਸੀਂ ਉਸ ਗੁਰੂ ਦੇ ਸਿੱਖ ਹਾਂ। ਤੇ ਜਿਹਨੇ ਸਾਨੂੰ ਬਹੁਤ ਵੱਡੀ ਕਿਰਪਾ ਕੀਤੀ ਹੈ, ਜਿਸ ਗੁਰੂ ਦੇ ਦਰਸ਼ਨ ਕਰਨ ਦੇ ਨਾਲ ਸਾਡੇ ਸਰੀਰਕ, ਸਾਡੇ ਮਾਨਸਿਕ ਦੁੱਖ ਦੂਰ ਹੁੰਦੇ ਆ। ਸਤਿਗੁਰ ਕਹਿੰਦੇ ਸਭ ਦੁੱਖ ਜਾਏ, ਜਿਸ ਡਿਠੇ ਸਭ ਦੁੱਖ ਜਾਏ। ਔਰ ਕਰੋ ਰਸਨਾ, ਸਾਰੇ ਪਵਿੱਤਰ ਕਰੋ। ਜਿਸ ਡਿਠੇ ਸਭ ਦੁੱਖ ਜਾਏ, ਜਿਸ ਡਿਠੇ ਸਭ ਦੁੱਖ ਜਾਏ, ਜਿਸ श्री हर कृष्ण ध्याय, श्री हर कृष्ण ध्याय, श्री हर कृष्ण ध्याय, श्री हर कृष्ण ध्याय, जिस डिठे सब दुख जाए, जिस डिठे सब दुख जाए, जिस सतगुरु महाराज किरपा करन। फिर मैं दोबारा फिर बेनती करदा कि शरीर गुरु नहीं है, शब्द गुरु है। जे आपां शरीर नूं गुरु मानदे, फिर ओदी गुरु बनन दी उम्र नियत करनी पएगी, फिर ओदी रिटायरमेंट दी उम्र नियत करनी पएगी। गुरु की व्याख्या नहीं हो सकती, गुरु की वडियाई है, ये जोत है। फिर बेनती कर रहे हैं, गुरु शरीर नहीं है, गुरु तस्वीर नहीं है, गुरु शब्द है। फिर बेनती कर रहे हैं, हाथ जोड़ के बेनती करते हैं उन्होंने गुरमुख प्यारियां नूं जिहड़े अज बच्चियां दीयां फोटोआं पा के गुरु हरकृष्ण साहब दर्शाना चाहुंदे आ। असीं नकल करो, गुरु ग्रंथ साहब दी करो, नकल करो इतिहास दी करो। गुरु साहब ने सानू तस्वीरां दे नाल नहीं जोड़िया, सतगुरु ने ज्ञान दे नाल जोड़िया। जे कोई असी भुल भुलेखे फोटोआं पा रहे हैं तो उतों गरेज करो, गुरु साहब का उपदेश सुनो, उपदेश नूं पढ़ो, उहनूं लिख के फॉरवर्ड करो, लोगों नूं पता लगे भी गुरु हरकृष्ण साहब जी महाराज कौन सन, उन्हां दी शख्सियत की सी। अज तुसीं देखियो रंग बरंगियां फोटोआं, किसी ने छोटा जिहा बच्चा बना दिता, किसी ने बड़ा, किसी ने कलगी ला दी, किसी ने कुछ कर दिता। गुरु सतगुर दे घर दे विच तस्वीर की पूजा नहीं है। जो प्रभ को मिल बोच है, खोज शब्द मैले। बहुत ही आप जी भागा वाले। मैं तो हमेशा शुकराना करता हूँ कि मैनू इदां दी संगत मिली है, जिन्हां दे उपर गुरु महाराज की किरपा है, जिन्हां दे कोल मैं भी सिखदा हाँ। क्योंकि संगत विच बहुत वड्डी चीज़ है। ऐसा नहीं कि संगत है, भीड़ आ गई, इकट्ठी होके आ गई, असी दर्शन देने वास्ते गुरुद्वारे आ गए, नहीं। संगत विच रब है, विच संगत हर प्रभ
ਵਸੇ ਜੀ। ਸੰਗਤ ਵਿੱਚ ਰੱਬ ਹੈ। ਜਿੱਦਣ ਅਸੀਂ ਇਹਨੂੰ ਭੀੜ ਕਹਿਣ ਲੱਗ ਜਾਾਂਗੇ ਨਾ, ਸਾਡੇ ਤੋਂ ਵੱਡਾ ਬੇਈਮਾਨ ਕੋਈ ਨਹੀਂ ਹੈ। ਇੱਕ ਵੀ ਸਿੱਖ, ਦੋ ਸਿੱਖ ਹੋ ਗਏ, ਸੰਗਤ ਹੋ ਗਈ। ਇੱਕ ਸਿੱਖ ਦੋ ਸਾਧ ਸੰਗ, ਪੰਜੀ ਪਰਮੇਸ਼ਰ। ਕਿਉਂਕਿ ਜੇ ਸੰਗਤ ਹੈ ਤੇ ਸੰਗਤ ਜਿਹੜੀ ਹੈ ਤੇ ਉਹ ਜੀਵਨ ਦੇ ਵਿੱਚ ਸਾਨੂੰ ਸਤਿਗੁਰ ਨੇ ਦਿੱਤੀ ਹੈ। ਕਿਉਂਕਿ ਅਸੀਂ ਬੋਲ ਤਾਂ ਦਿੰਨੇ ਆ, ਅਸੀਂ ਭੀੜ ਇਕੱਠੀ ਨਹੀਂ ਕਰਨੀ। ਹਾਂ, ਭੀੜ ਨਹੀਂ ਹੈ ਭਾਈ, ਸੰਗਤ ਹੈ, ਗੁਰੂ ਕੀ ਸੰਗਤ ਹੈ, ਇਹ ਰੱਬ ਹੈ ਵਿੱਚ ਸੰਗਤ ਹਰ ਪ੍ਰਭ ਵਸੇ ਜੀ। ਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ, ਇਹਨਾਂ ਦੀ ਚਰਨ ਧੂੜ ਲੈ ਲਓ। ਧੰਨ ਧੰਨ ਸਤ ਸੰਗਤ, ਗੁਰੂ ਸਾਹਿਬ ਕਹਿ ਰਹੇ ਤੇ ਸਾਡੀ ਕੀ ਮਜਾਲ ਹੈ। ਧੰਨ ਧੰਨ ਸਤ ਸੰਗਤ, ਜਿਤ ਹਰ ਸੁਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੁਲਾਓ ਫਤਿਹ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ